सत श्री अकाल जी। टीवी पंजाब ਲਈ मैं दवी दविंदर कौर टीवी पंजाब ਤੇ ਤੁਹਾਡਾ ਸਵਾਗਤ ਹੈ। ਇਸ ਵੇਲੇ ਅਸੀਂ ਬਾਬਾ ਬੰਦਾ ਸਿੰਘ ਜੰਗੀ ਯਾਦਗਾਰ ਚੱਪੜਚਿੜੀ SAS ਨਗਰ ਬਾਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਖਲੋਤੇ ਹਾਂ। ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਹੈ ਜਿੱਥੇ ਚੱਪੜਚਿੜੀ ਦੀ ਲੜਾਈ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਲੜਾਈ ਦੀ ਅਗਵਾਈ ਕੀਤੀ ਸੀ ਤੇ ਇਹ ਵਿਰਾਸਤੀ ਯਾਦਗਾਰ ਇਹ ਸਮਾਰਕ ਪਿਛਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠਜੋੜ ਦੀ ਸਰਕਾਰ ਵੇਲੇ ਇਹੋ ਜਿਹੀਆਂ ਹੋਰ ਵਿਰਾਸਤੀ ਥਾਵਾਂ ਵੀ ਵਿਕਸਿਤ ਕੀਤੀਆਂ ਗਈਆਂ ਸਨ ਤੇ ਹੁਣ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਇਹਨਾਂ ਵਿਰਾਸਤੀ ਅਸਥਾਨਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦੇਣ ਦਾ ਤਹਈਆ ਕੀਤਾ ਜਾ ਰਿਹਾ ਹੈ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਹੁਣ ਇਹਨਾਂ ਨੂੰ ਨਿੱਜੀ ਹੱਥਾਂ ਨੂੰ ਸੌਂਪਿਆ ਜਾਵੇਗਾ। ਸ਼ਾਇਦ ਜਾਪਦਾ ਹੈ ਕਿ ਪੰਜਾਬ ਸਰਕਾਰ ਇਸ ਵੇਲੇ ਇਹਨਾਂ ਦੀ ਸਾਂਭ ਸੰਭਾਲ ਕਰਨ ਤੋਂ ਅਸਮਰੱਥ ਹੈ। ਜਦੋਂ ਇਹ ਖਾਸ ਕਰਕੇ ਇਹ ਚੱਪੜਚਿੜੀ ਵਾਲੀ ਯਾਦਗਾਰ ਵਿਕਸਿਤ ਕੀਤੀ ਗਈ ਸੀ, ਤਿਆਰ ਕੀਤੀ ਗਈ ਸੀ ਤਾਂ ਉਦੋਂ ਸੱਭਿਆਚਾਰਕ ਸੈਸ ਸ਼ਰਾਬ ਉੱਤੇ ਵੀ ਲਗਾਇਆ ਗਿਆ ਸੀ ਤੇ ਹੁਣ ਇਹ ਯਾਦਗਾਰ ਅਤੇ ਹੋਰ ਯਾਦਗਾਰਾਂ ਸਮੇਤ ਨਿੱਜੀ ਹੱਥਾਂ ਵਿੱਚ ਸੌਂਪੇ ਜਾਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਇਹ ਫੈਸਲਾ ਲਿਆ ਗਿਆ ਹੈ। ਇਹਨਾਂ ਵਿਰਾਸਤੀ ਥਾਵਾਂ 'ਤੇ ਅਤੇ ਖਾਸ ਕਰ ਚੱਪੜਚਿੜੀ ਵਾਲੀ ਇਸ ਯਾਦਗਾਰ 'ਤੇ ਕਰੋੜਾਂ ਰੁਪਏ ਖਰਚ ਹੋਏ ਸਨ ਅਤੇ ਇਹ ਆਡੀਓ ਵਿਜ਼ੂਅਲ ਸ਼ੋਅਜ਼ ਦੇ ਵੀ ਅੰਦਰ ਪ੍ਰਬੰਧ ਕੀਤੇ ਗਏ ਸਨ ਜੋ ਕਿ ਅਪ ਟੂ ਦਾ ਮਾਰਕ ਨਹੀਂ ਹਨ। ਕੁਝ ਥਾਵਾਂ ਪ੍ਰਾਈਵੇਟ ਹੱਥਾਂ ਵਿੱਚ ਇਸ ਕਰਕੇ ਨਹੀਂ ਸੌਂਪੀਆਂ ਜਾ ਸਕਣਗੀਆਂ ਕਿਉਂਕਿ ਉਹਨਾਂ ਥਾਵਾਂ 'ਤੇ ਜੋ ਆਡੀਓ ਵਿਜ਼ੂਅਲ ਸ਼ੋਅ ਦੇ ਪ੍ਰਬੰਧ ਸਨ ਉਹ ਸਹੀ ਨਾ ਹੋਣ ਕਰਕੇ ਇਹ ਕੰਮ ਨੇਪਰੇ ਨਹੀਂ ਚੜ੍ਹ ਰਿਹਾ ਤੇ ਇਹ ਥਾਂ ਤਾਂ ਜਲਦੀ ਹੀ ਸੌਂਪੀ ਜਾਏਗੀ ਨਿੱਜੀ ਹੱਥਾਂ ਵਿੱਚ ਜਿਸ ਨੂੰ ਇਹ ਸਰਕਾਰ ਵੱਲੋਂ ਨਾਂ ਦਿੱਤਾ ਗਿਆ ਹੈ ਕਿ ਪਬਲਿਕ ਤੇ ਪ੍ਰਾਈਵੇਟ ਭਾਈਵਾਲੀ ਹੋਵੇਗੀ। ਜਦ ਕਿ ਇੱਕ ਤਰ੍ਹਾਂ ਨਾਲ ਇਹ ਨਿੱਜੀ ਹੱਥਾਂ ਵਿੱਚ ਹੀ ਚੀਜ਼ਾਂ ਦੇਣ ਦੀ ਇੱਕ ਸਰਕਾਰ ਦੀ ਕਵਾਇਦ ਹੈ ਜੋ ਕਿ ਬਹੁਤ ਨਮੋਸ਼ੀ ਭਰੀ ਹੀ ਅਸੀਂ ਕਹਿ ਸਕਦੇ ਹਾਂ। ਜੇਕਰ ਸਰਕਾਰ ਸਾਡੀ ਇਹ ਵਿਰਾਸਤੀ ਥਾਵਾਂ ਨਹੀਂ ਸੰਭਾਲ ਸਕਦੀ ਕਿਉਂਕਿ ਇਹ ਟੂਰਿਜ਼ਮ ਅਤੇ ਸੈਰ ਸਪਾਟੇ ਪੱਖੋਂ ਵੀ ਇਹ ਥਾਵਾਂ ਇੱਕ ਵਿਲੱਖਣ ਸਥਾਨ ਰੱਖਦੀਆਂ ਸਨ ਅਤੇ ਇੱਥੇ ਅਕਸਰ ਲੋਕ ਇਹਨਾਂ ਨੂੰ ਦੇਖਣ ਆਉਂਦੇ ਹਨ, ਸਾਡੇ ਇਤਿਹਾਸ ਤੋਂ ਜਾਣੂ ਆਉਂਦੇ ਹਨ। ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਅਤੇ ਅਗਲੀ ਪੀੜ੍ਹੀ ਨੂੰ ਬੱਚਿਆਂ ਨੂੰ ਇਹਨਾਂ ਥਾਵਾਂ ਦੇ ਬਹਾਨੇ ਵਿਰਾਸਤ ਅਤੇ ਇਤਿਹਾਸ ਤੋਂ ਆਪਣੇ ਮਾਣ ਮੱਤੇ ਸ਼ਾਨਾਂ ਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਣਾ ਸੀ। ਪਰ ਹੁਣ ਸਰਕਾਰ ਦਾ ਇਹ ਫੈਸਲਾ ਯੋਗ ਨਹੀਂ ਜਾਪ ਰਿਹਾ। ਇਸ ਅਸਥਾਨ ਤੋਂ ਇਲਾਵਾ ਕੁੱਪਰਹੀੜਾ ਜਿੱਥੇ ਕਿ ਵੱਡਾ ਘੱਲੂਕਾਰਾ ਵਾਪਰਿਆ ਸੀ ਅਤੇ ਨਾਲ ਹੀ ਛੋਟੇ ਘੱਲੂਕਾਰੇ ਵਾਲੇ ਅਸਥਾਨ ਜਲੰਧਰ ਰੋਡ 'ਤੇ ਜਲੰਧਰ ਦੇ ਨੇੜੇ ਕਰਤਾਰਪੁਰ ਸਾਹਿਬ ਵਿਖੇ ਬਹੁਤ ਵੱਡੀ ਯਾਦਗਾਰ ਬਣਾਈ ਗਈ ਸੀ। ਉਹਨਾਂ 'ਤੇ ਯਾਦਗਾਰਾਂ 'ਤੇ ਵੀ ਕਰੋੜਾਂ ਰੁਪਈਏ ਲੱਗੇ ਸਨ, ਬਹੁਤ ਸਾਰਾ ਧਨ ਖਰਚ ਹੋਇਆ ਸੀ ਅਤੇ ਵਿਰਾਸਤੇ ਖਾਲਸਾ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੈ ਉਸ ਯਾਦਗਾਰ 'ਤੇ ਤਾਂ ਦਰਸ਼ਨ ਕਰਨ ਅਤੇ ਇਤਿਹਾਸ ਤੋਂ ਜਾਣੂ ਹੋਣ ਲਈ ਬਹੁਤ ਸੰਗਤਾਂ ਹੁੰਮ-ਹੁਮਾ ਕੇ ਪੁੱਜਦੀਆਂ ਹਨ। ਸਕੂਲਾਂ ਕਾਲਜਾਂ ਦੇ ਵਿਦਿਆਰਥੀ ਜਾਂਦੇ ਹਨ, ਦੂਰੋਂ ਦੂਰੋਂ ਸੈਲਾਨੀ ਆਉਂਦੇ ਹਨ, ਦੇਸ਼ ਭਰ ਵਿੱਚੋਂ ਵੀ ਅਤੇ ਵਿਦੇਸ਼ਾਂ ਵਿੱਚੋਂ ਵੀ। ਉੱਥੇ ਚੰਗਾ ਖਾਸਾ ਇਕੱਠ ਰਹਿੰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਆਡੀਓ ਵਿਜ਼ੂਅਲ ਸ਼ੋਅਜ਼ ਉੱਥੇ ਚੱਲਦੇ ਰਹਿੰਦੇ ਹਨ ਅਤੇ ਸੰਗਤਾਂ ਨੂੰ ਜਾਂ ਕਹਿ ਲਓ ਜਾਣਕਾਰੀ ਲੈਣ ਦੇ ਜੋ ਜਗਿਆਸੂ ਉੱਥੇ ਪੁੱਜਦੇ ਹਨ ਉਹਨਾਂ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਇਤਿਹਾਸ ਤੋਂ ਅਤੇ ਵਿਰਾਸਤ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਹੁਣ ਇਹਨਾਂ ਅਸਥਾਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਲਈ ਸਰਕਾਰ ਵੱਲੋਂ ਲਗਭਗ ਤਿਆਰੀ ਕਰ ਲਈ ਗਈ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲਦੀ ਹੀ ਟੈਂਡਰ ਇਸ ਮਾਮਲੇ ਵਿੱਚ ਕੱਢੇ ਜਾਣਗੇ। ਜਿਨ੍ਹਾਂ ਵਿਰਾਸਤੀ ਥਾਵਾਂ ਨੂੰ ਜਨਤਕ ਅਤੇ ਪ੍ਰਾਈਵੇਟ ਭਾਈਵਾਲੀ ਦੇ ਮੋੜ 'ਤੇ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਵਿੱਚੋਂ ਉਹ ਬਹੁਤੀਆਂ ਥਾਵਾਂ ਕਰੋੜਾਂ ਰੁਪਏ ਖਰਚ ਕੇ ਸ਼੍ਰੋਮਣੀ ਅਕਾਲੀ ਦਲ ਅਤੇ BJP ਦੀ ਭਾਈਵਾਲੀ ਵਾਲੀ ਸਰਕਾਰ ਵੇਲੇ ਵਿਕਸਿਤ ਕੀਤੀਆਂ ਗਈਆਂ ਸਨ
ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸ ਸਿਲਸਿਲੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਇਸ ਬਾਰੇ ਰਾਏ ਲੈਂਦੇ ਹਾਂ। ਡਾਕਟਰ ਦਲਜੀਤ ਸਿੰਘ ਚੀਮਾ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਬਹੁਤ ਧੰਨਵਾਦ ਹੈ ਤੁਹਾਡਾ। ਡਾਕਟਰ ਸਾਹਿਬ, ਇਹ ਜੋ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਵਿਰਾਸਤੀ ਥਾਵਾਂ ਨੂੰ ਜਨਤਕ ਤੇ ਪ੍ਰਾਈਵੇਟ ਭਾਈਵਾਲੀ ਦੇ ਮੋੜ 'ਤੇ ਲਿਆ ਜਾ ਰਿਹਾ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਵਿਰਾਸਤੀ ਯਾਦਗਾਰਾਂ ਬਣਾਈਆਂ ਗਈਆਂ ਸੀ, ਬਹੁਤ ਵੱਡਾ ਖਰਚਾ ਇਹਨਾਂ 'ਤੇ ਆਇਆ ਸੀ। ਸੈਂਕੜੇ ਕਰੋੜ ਰੁਪਏ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਇਹਨਾਂ ਦੇ ਉੱਤੇ ਲਗਾਏ ਸੀ। ਮਕਸਦ ਸੀ ਕਿ ਜਿਹੜੀ ਸਾਡੀ ਅਮੀਰ ਵਿਰਾਸਤ ਹੈ, ਜਿਹੜਾ ਸਾਡਾ ਸ਼ਾਨਾ ਮੱਤਾ ਇਤਿਹਾਸ ਹੈ, ਉਹ ਸਾਡੀਆਂ ਨਵੀਆਂ ਪੀੜ੍ਹੀਆਂ ਤੱਕ ਉਸੇ ਤਰ੍ਹਾਂ ਪਹੁੰਚੇ, ਉਹਦੇ ਤੋਂ ਪ੍ਰੇਰਨਾ ਲੈ ਕੇ ਜਿਹੜੇ ਆ ਉਹ ਅੱਗੇ ਵਧਣ। ਪਰ ਦੁੱਖ ਇਸ ਗੱਲ ਦਾ ਹੈ ਕਿ ਇਹ ਯਾਦਗਾਰਾਂ ਬਣ ਗਈਆਂ, ਵੱਡਾ ਖਰਚਾ ਤਾਂ ਹੋ ਗਿਆ। ਵਿਰਾਸਤ-ਏ ਖਾਲਸਾ ਵੀ ਬਣ ਗਿਆ, ਜੰਗ ਆਜ਼ਾਦੀ ਵੀ ਬਣ ਗਈ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਵੀ ਬਣ ਗਈ, ਵੱਡਾ ਘੱਲੂਘਾਰਾ ਵੀ, ਛੋਟਾ ਘੱਲੂਘਾਰਾ ਵੀ, ਫੌਜ ਦੇ ਜਿਹੜੇ ਹੈਗੇ ਸਾਡੇ ਜਰਨੈਲ ਸ਼ਹੀਦਾਂ ਦੀ ਉਹ ਵੀ ਯਾਦਗਾਰ ਬਣ ਗਈ। ਲੇਕਿਨ ਜਦੋਂ ਦੀ ਇਹ ਸਰਕਾਰ ਆਈ, ਇਹਨਾਂ ਦੀ ਸ਼ੁਰੂ ਤੋਂ ਲੈ ਕੇ ਐਂ ਮਹਿਸੂਸ ਹੁੰਦਾ ਇਹਨਾਂ ਨੂੰ ਕਿ ਜਿਵੇਂ ਇਹ ਬਹੁਤ ਵੱਡਾ ਇੱਕ ਬੋਝ ਆ ਸਾਡੇ। ਪਹਿਲਾਂ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਮੰਤਰੀ ਬਣੇ ਸੀਗੇ, ਉਹਨਾਂ ਨੇ ਕਿਹਾ ਕਿ ਵਿਰਾਸਤ-ਏ ਖਾਲਸਾ ਚਿੱਟਾ ਹੈ, ਜਿਹਦਾ ਕਾਫੀ ਵਿਰੋਧ ਹੋਇਆ। ਅੱਜ ਉਹੀ ਵਿਰਾਸਤ-ਏ ਖਾਲਸਾ ਉਹ ਮਾਨੂਮੈਂਟ ਏਸ਼ੀਆ ਦੇ ਵਿੱਚ ਮੋਹਰ ਦੀ ਕਿਤਾਬ ਦੇ ਵਿੱਚ ਖੜਾ, ਜਿਹਦੇ 'ਤੇ ਹੁਣ ਸਰਕਾਰ ਕਹਿੰਦੀ ਹੈ ਕਿ ਅਸੀਂ ਮਾਣ ਕਰਦੇ ਹਾਂ, ਪਰ ਉਹ ਵੀ ਇਹਨਾਂ ਨੂੰ ਬੋਝ ਲੱਗਦਾ ਸੀ। ਹੁਣ ਜਿਹੜੀ ਨਵੀਂ ਖਬਰ ਆਈ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਅਤੇ 2 ਹੋਰ ਯਾਦਗਾਰਾਂ, ਇਹਨੂੰ ਹੁਣ ਫਿਰ ਪ੍ਰਾਈਵੇਟ ਹੱਥਾਂ ਦੇ ਵਿੱਚ PPP ਮੋਡ ਦੇ ਵਿੱਚ ਦੇਣਾ ਇਹ ਬਹੁਤ ਮੰਦਭਾਗੀ ਹੈ। ਕਿਉਂਕਿ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਵਿਰਾਸਤ ਨੂੰ ਸੰਭਾਲੀਏ। ਇਹ ਨਹੀਂ ਕਿ ਕੰਪਨੀਆਂ ਨੂੰ ਦੇ ਦਈਏ ਕਿ ਤੁਸੀਂ ਜਿਵੇਂ ਮਰਜ਼ੀ ਇਹਨੂੰ ਹੈਂਡਲ ਕਰੋ, ਤੁਸੀਂ ਇਹਦੇ ਤੋਂ ਜਿਵੇਂ ਮਰਜ਼ੀ ਕਮਾਈ ਕਰ ਲਓ। ਇੱਕ ਸੈਂਕਟਿਟੀ ਹੁੰਦੀ ਹੈ ਕਿਸੇ ਵੀ ਯਾਦਗਾਰ, ਇੱਕ ਸ਼ਰਧਾ ਹੁੰਦੀ ਹੈ ਤੁਹਾਡੇ ਮਨ ਦੇ ਵਿੱਚ, ਇੱਕ ਸਤਿਕਾਰ ਹੁੰਦਾ ਉਸ ਯਾਦਗਾਰ ਪ੍ਰਤੀ। ਜੇ ਤੁਸੀਂ ਐਡੀ ਕੋਈ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਸਟੇਟ ਦੇ ਬਜਟ ਦੇ ਵਿੱਚੋਂ, ਤੇ ਮੈਂ ਸਮਝਦਾ ਸਾਡੇ ਤੇ ਬਹੁਤ ਵੱਡਾ ਕੁਐਸਚਨ ਮਾਰਕ ਲੱਗਦਾ। ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਕਿ ਤੁਸੀਂ ਬਣੀ ਹੋਈ ਚੀਜ਼ ਨੂੰ ਵੀ ਜਿਹੜਾ ਹੈ ਸ਼ਰਧਾਲੂਆਂ ਵਾਸਤੇ, ਯਾਤਰੂਆਂ ਵਾਸਤੇ ਸੰਭਾਲ ਕੇ ਨਾ ਰੱਖ ਸਕਦੇ। ਇਸ ਲਈ ਇਹ ਡਿਸੀਜਨ ਮੰਦਭਾਗਾ ਹੈ। ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨੂੰ ਵਾਪਸ ਕਰੋ। ਸਰਕਾਰ ਆਪ ਬਜਟ ਦੇ ਵਿੱਚੋਂ ਇਹਨਾਂ ਨੂੰ ਸਪੋਰਟ ਕਰੇ। ਐਡਾ ਵੱਡਾ ਬਜਟ ਹੈ ਸਟੇਟ ਦਾ, ਹੋਰ ਖਰਚੇ ਘਟਾਉਣੇ ਆ ਕਿਤੋਂ ਹੋਰ ਘਟਾ ਲਓ, ਪਰ ਇਹਨਾਂ ਨੂੰ ਬੋਝ ਨਾ ਸਮਝੋ। ਇਹ ਜਿਹੜੀਆਂ ਐਡੀਆਂ ਵੱਡੀਆਂ ਸ਼ਹਾਦਤਾਂ ਹੋਈਆਂ, ਘੱਲੂਘਾਰਾ ਵੱਡੇ 35,000 ਤੋਂ ਵੱਧ ਲੋਕਾਂ ਨੇ ਕੁਰਬਾਨੀ ਦਿੱਤੀ, ਛੋਟੇ ਘੱਲੂਘਾਰੇ 'ਚ 10,000 ਤੋਂ ਵੱਧ ਲੋਕੀ ਸ਼ਹੀਦ ਹੋਏ। ਔਰ ਬਾਬਾ ਬੰਦਾ ਸਿੰਘ ਬਹਾਦਰ ਪਹਿਲੀ ਵਾਰੀ ਜਿਹੜੀ ਮੁਗਲਾਂ ਦੀ ਸਦੀਆਂ ਬਾਅਦ ਗੁਲਾਮੀ ਨੂੰ ਖਤਮ ਕਰਕੇ ਤੇ ਇੱਕ ਸਿੱਖ ਰਾਜ ਦੀ ਸਥਾਪਨਾ ਕਰਕੇ ਲੋਕਾਂ ਨੂੰ ਉਹਨਾਂ ਦੇ ਮਾਲਕਾਨਾ ਜ਼ਮੀਨਾਂ ਦੇ ਹੱਕ ਦਿੱਤੇ, ਜ਼ਬਰ ਤੇ ਜ਼ੁਲਮ ਦਾ ਨਾਸ਼ ਕੀਤਾ। ਇਹ ਯਾਦਗਾਰਾਂ ਬੜੀ ਵੱਡੀ ਪ੍ਰੇਰਨਾ ਨੇ। ਇੱਥੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਪਰ ਸਰਕਾਰ ਇਹ ਸਪਸ਼ਟ ਕਰ ਚੁੱਕੀ ਹੈ ਕਿ ਇਹ ਉੱਥੇ ਆਉਣ ਵਾਲੀਆਂ ਸੰਗਤਾਂ 'ਤੇ ਕੋਈ ਬੋਝ ਨਹੀਂ ਪਏਗਾ, ਵਿੱਤੀ ਬੋਝ ਨਹੀਂ ਪਏਗਾ, ਕੋਈ ਟਿਕਟ ਨਹੀਂ ਲਾਈ ਜਾਏਗੀ, ਕਿਉਂਕਿ ਇਸ ਵੇਲੇ ਵੀ ਇਹਨਾਂ ਥਾਵਾਂ 'ਤੇ ਜਾਣ ਲਈ ਕੋਈ ਟਿਕਟ ਨਹੀਂ ਹੈ ਅਤੇ ਤੁਸੀਂ ਮੁਫਤ ਉੱਥੇ ਜਾ ਸਕਦੇ ਹੋ। ਪਰ ਕਿਉਂਕਿ ਇਹ ਯਾਦਗਾਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੇਲੇ ਬਣੀਆਂ ਸਨ, ਅਤੇ ਹੁਣ ਕੁਝ ਸਥਾਨਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਜੋ ਆਡੀਓ ਵਿਜ਼ੂਅਲ ਸ਼ੋਅਜ਼ ਦਿਖਾਉਣ ਦੇ ਪ੍ਰਬੰਧ ਸਨ ਉਹ ਅਪ ਟੂ ਦਾ ਮਾਰਕ ਨਹੀਂ ਸਨ, ਅਤੇ ਇੰਨੇ ਕਰੋੜਾਂ ਰੁਪਏ ਖਰਚ ਕੇ ਕੀ ਉਦੋਂ ਸਰਕਾਰ ਨੇ, ਤੁਹਾਡੀ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਅੱਧੇ ਅਧੂਰੇ ਕੰਮ ਕੀਤੇ? ਕਿ ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ, ਗੱਲ ਇਹ ਹੈ ਕਿ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਬਜ਼ੁਰਗ ਨੂੰ ਘਰ ਰੱਖਣ ਦੇ ਵਿੱਚ ਅਤੇ ਬਿਰਧ ਆਸ਼ਰਮ 'ਚ ਭੇਜਣ 'ਚ ਦਿਨ ਰਾਤ ਦਾ ਫਰਕ ਹੈ। ਭਾਵੇਂ ਔਲਾਦ ਉੱਥੇ ਵੱਧ ਪੈਸੇ ਖਰਚ ਕੇ ਉਹਨੂੰ ਚੰਗੇ ਬਿਰਧ ਆਸ਼ਰਮ ਦੇ ਵਿੱਚ ਹੀ ਭੇਜ ਦੇਵੇ, ਲੇਕਿਨ ਇੱਕ ਲਾਹਨਤ ਸਮਾਜ ਦੇ ਵਿੱਚ ਰਹਿੰਦੀ ਹੈ ਕਿ ਤੁਸੀਂ ਆਪਣਾ ਬਜ਼ੁਰਗ ਨਹੀਂ ਸਾਂਭ ਸਕਦੇ। ਇਸ ਕਰਕੇ ਤੁਸੀਂ ਕੰਪਨੀ ਨੂੰ ਕਿਸੇ ਨੂੰ ਕਿਉਂ ਦੇ ਰਹੇ ਹੋ? ਪਹਿਲੀ ਗੱਲ, ਤੁਸੀਂ ਇਹਨਾਂ ਯਾਦਗਾਰਾਂ ਨੂੰ, ਜਦੋਂ ਐਡਾ ਵੱਡਾ ਸਟੇਟ ਦਾ ਬਜਟ ਹੈ, ਤੇ ਤੁਸੀਂ ਆਪ ਇਹਨਾਂ ਨੂੰ ਕਿਉਂ ਨਹੀਂ ਮੇਨਟੇਨ ਕਰਦੇ? ਅਸੀਂ ਆਪਣੇ ਸਮੇਂ ਦੇ ਉੱਤੇ ਸਾਰੀਆਂ ਯਾਦਗਾਰਾਂ ਮੇਨਟੇਨ ਕੀਤੀਆਂ। ਦੇਖੋ ਕਿੰਨੇ ਜਾਂ ਸੈਂਕੜੇ ਕਰੋੜ ਇਹਨਾਂ ਦੇ ਉੱਤੇ ਖਰਚਾ ਹੋਇਆ, ਛੋਟੀ ਜਿਹੀ ਗੱਲ ਨਹੀਂ ਸੀ। ਜਗ੍ਹਾ ਅਕਵਾਇਰ ਕੀਤੀਆਂ, ਕਿੱਡੀਆਂ ਵਿਸ਼ਾਲ ਇਮਾਰਤਾਂ ਖੜੀਆਂ ਕੀਤੀਆਂ, ਕਿੱਡੀ ਅੱਛੀ ਵਿਜ਼ਨ ਦੇ ਨਾਲ ਚੀਜ਼ਾਂ ਕ੍ਰੀਏਟ ਕੀਤੀਆਂ, ਵਰਲਡ ਲੈਵਲ 'ਤੇ ਆਰਕੀਟੈਕਟ ਬਣਾ ਕੇ ਉਹਨਾਂ ਕੋਲੋਂ ਇਹ ਚੀਜ਼ਾਂ ਬਣਵਾਈਆਂ। ਤੇ ਹੁਣ ਕਿਉਂ ਲੱਗਦਾ? ਕਿਉਂਕਿ ਅਸੀਂ ਇਹਦੇ ਵਾਸਤੇ ਕੀ, ਜੇ ਸਰਕਾਰ ਦੇ ਕੋਲ ਬਜਟ ਹੈ ਐਡਾ ਵੱਡਾ, ਤੁਸੀਂ ਆਪਣਾ ਜਿਹੜਾ ਕਲਚਰ ਅਫੇਅਰ ਦਾ ਬਜਟ ਹੈ ਉਹ ਬਜਟ ਵਧਾਓ।
ਪ੍ਰਬੰਧ ਤੁਸੀਂ ਬਾਕੀ ਚੀਜ਼ਾਂ ਦੇ ਜਦੋਂ ਕਰਦੇ ਹੋ ਤਾਂ ਇਹਨਾਂ ਦਾ ਪ੍ਰਬੰਧ ਕਿਉਂ ਨਹੀਂ ਹੋ ਸਕਦਾ? ਦੱਸੋ ਕਿੱਡਾ ਕੁ ਵੱਡਾ ਖਰਚਾ। ਇਹ 7-8 ਮੇਨ ਯਾਦਗਾਰਾਂ ਨੇ। ਉਸ ਵੇਲੇ ਵੀ ਕੁਐਸਚਨ ਖੜਾ ਹੋਇਆ ਸੀ ਕਿ ਇਹਦੇ 'ਤੇ ਟਿਕਟ ਲਾਈ ਜਾਏ ਵਿਰਾਸਤ ਖਾਲਸਾ ਦੇ, ਕਿ ਆਮਦਨ ਬਹੁਤ ਹੋ ਸਕਦੀ ਹੈ। ਪਰ ਬਾਦਸ਼ਾਹ ਨੇ ਕਿਹਾ ਸੀ ਕਿ ਸਾਡੇ ਵਾਸਤੇ ਆਮਦਨ ਇੰਪਾਰਟੈਂਟ ਨਹੀਂ ਹੈ, ਇਤਿਹਾਸ ਨਵੀਂ ਪੀੜ੍ਹੀ ਤੱਕ ਪਹੁੰਚੇ ਉਹ ਜ਼ਿਆਦਾ ਇੰਪਾਰਟੈਂਟ ਹੈ। ਉਹਦੀ ਵੀ ਕੋਈ ਕੀਮਤ ਹੈ ਨਾ। ਅੱਜ ਜਿਹੜੇ ਰੋਣੇ ਅਸੀਂ ਰੋਨੇ ਹਾਂ ਕਿ ਨਵੀਂ ਜਨਰੇਸ਼ਨ ਨੂੰ ਬਿਲਕੁਲ ਹੀ ਆਪਣੀ ਹਿਸਟਰੀ ਦਾ ਪਤਾ ਨਹੀਂ, ਅਤੇ ਜੇ ਤੁਸੀਂ ਹਿਸਟਰੀ ਪੜ੍ਹਾ ਦਿਓਗੇ ਤਾਂ ਕੀਮਤ ਰਿਕਵਰ ਹੋ ਜਾਂਦੀ ਹੈ। ਇਸ ਲਈ ਮੈਨੂੰ ਨਹੀਂ ਸਮਝਦਾ ਕਿ ਕਿਉਂ ਸਰਕਾਰ ਇਹਨੂੰ ਬੋਝ ਸਮਝਦੀ ਹੈ। ਇਹਦੇ ਵਾਸਤੇ ਜਿਹੜੀ ਲੋਕੀ ਇੰਨਾ ਟੈਕਸ ਦਿੰਦੇ ਆ ਅਤੇ ਉਹਦੇ 'ਚ ਵਿਰਾਸਤ 'ਤੇ ਕੁਝ ਖਰਚਿਆ ਜਾਵੇ, ਕੀ ਮਾੜਾ। ਜੇ ਅਸੀਂ ਚੀਜ਼ਾਂ ਕ੍ਰੀਏਟ ਕੀਤੀਆਂ, ਉਹਨਾਂ ਦੀਆਂ ਡਿਵੈਲਪਮੈਂਟ ਅਥਾਰਟੀਆਂ ਵੀ ਬਣਾਈਆਂ। ਜੇ ਹੈਰੀਟੇਜ ਸਟਰੀਟ ਬਣਾਈ ਹੈ, ਉਹਦੀ ਬਾਕਾਇਦਾ ਤੌਰ 'ਤੇ ਡਿਵੈਲਪਮੈਂਟ ਅਥਾਰਟੀ ਬਣਾਈ ਹੈ। ਗੌਰਮੈਂਟ ਨੇ ਕਾਰਪਸ ਫੰਡ ਵੀ ਜਿਹੜੇ ਕਈ ਯਾਦਗਾਰਾਂ ਦੇ ਕ੍ਰੀਏਟ ਕੀਤੇ ਆ। ਪਰ ਜਦੋਂ ਕਲਚਰਲ ਡਿਪਾਰਟਮੈਂਟ ਹੈ ਗੌਰਮੈਂਟ ਦਾ ਲਗਾਤਾਰ, ਜਿੱਥੇ ਬਾਕੀ ਡਿਪਾਰਟਮੈਂਟ ਨੂੰ ਬਜਟ ਅਲਾਟ ਹੁੰਦਾ, ਉਹਦੀ ਬਜਟ ਅਲਾਟਮੈਂਟ ਲੋੜ ਮੁਤਾਬਕ ਵਧਾਓ। ਇਹ ਸਰਕਾਰ ਨੇ ਵਧਾਉਣਾ, ਹੁਣ ਪਿਛਲੀ ਸਰਕਾਰ ਨੇ ਤਾਂ ਆ ਕੇ ਨਹੀਂ ਕਰਨਾ। ਜਿੱਦਾਂ ਸਾਡੇ ਬੜੇ ਕੋਈ ਕਮੀ ਸੀ ਇਹਨਾਂ ਨੂੰ ਮੇਨਟੇਨ ਕਰਨ ਦੇ ਵਿੱਚ, ਫਿਰ ਦੱਸਣ। ਅਤੇ ਜੇ ਅਸੀਂ ਸਾਰੇ ਕੰਮ ਕਰਕੇ ਕਰਦੇ ਪਏ ਹਾਂ ਇਹਨਾਂ ਨੂੰ ਮੇਨਟੇਨ, ਅਤੇ ਹੁਣ ਤਾਂ ਸਰਕਾਰ ਨੇ ਸਾਰਾ ਕੰਮ ਬੰਦ ਕੀਤਾ, ਇਕੱਲਾ ਇਹ ਵੀ ਨਹੀਂ ਕਰ ਸਕਦਾ। ਜਿਸ ਤਰ੍ਹਾਂ ਕਿ ਆਮ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ, ਸਿਹਤ ਸੈਕਟਰ ਤੋਂ, ਸਿੱਖਿਆ ਤੋਂ, ਰੁਜ਼ਗਾਰ ਜਿਹੇ ਜਿਹੜੇ ਅਹਿਮ ਅਤੇ ਜ਼ਰੂਰੀ ਮੁੱਦੇ ਨੇ, ਅਸੈਂਸ਼ੀਅਲ ਲੋੜਾਂ, ਜਾਂ ਜੋ ਕਿਸਾਨੀ ਅਤੇ ਮਜ਼ਦੂਰਾਂ ਦੀ ਹਾਲਤ ਇਸ ਵੇਲੇ ਮੰਦੀ ਬਣੀ ਹੋਈ ਹੈ, ਜਾਂ ਸਰਕਾਰਾਂ ਦੇ ਫੈਸਲਿਆਂ ਨੇ ਉਹਨਾਂ ਨੂੰ ਹਾਸ਼ੀਏ 'ਤੇ ਹੋਰ ਤੱਕ ਦਿੱਤਾ ਹੈ। ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਹੋ ਜਿਹਾ ਫੈਸਲਾ ਇਸ ਵੇਲੇ ਲੋਕਾਂ ਦਾ ਧਿਆਨ ਭਟਕਾਉਣ ਵਾਲੀ ਜਾਂ ਅਸਲ ਮੁੱਦਿਆਂ ਤੋਂ ਥੜਕਾਉਣ ਲਈ ਹੈ ਇਹ ਜਿਹਾ ਫੈਸਲਾ ਕੀਤਾ? ਮੈਂ ਕਹਿੰਦਾ ਫੈਸਲਾ ਹੀ ਮੰਦਭਾਗਾ। ਅੱਜ ਕੀਤਾ ਤਾਂ ਵੀ ਮਾੜਾ, ਜੇ ਪਹਿਲਾਂ ਵੀ ਇਹਨਾਂ ਦੀ ਸੋਚ ਮਾੜੀ। ਹੁਣ ਚਿੱਟਾ ਹਾਥੀ ਜਦੋਂ ਮੂੰਹ ਸ਼ਬਦ ਤੁਹਾਡੇ ਨਿਕਲਦਾ, ਅਤੇ ਇਹਦਾ ਮਤਲਬ ਹੈ ਕਿ ਤੁਹਾਨੂੰ ਇਸ ਗੱਲ ਦੀ ਅਹਿਮੀਅਤ ਨਹੀਂ ਪਤਾ। ਐਡਾ ਹੀ ਜਿਹੜੀ ਖੂਬਸੂਰਤ ਚੀਜ਼ ਬਣਾਈ, ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਸੰਦ ਕਰ ਰਹੇ, ਇੰਨੇ ਲੋਕ ਵਿਜ਼ਿਟ ਕਰਦੇ ਆ, ਉਹਦਾ ਨਾਂ ਏਸ਼ੀਆ ਦੇ ਵਿੱਚ ਪਹਿਲੇ ਨੰਬਰ 'ਤੇ ਆ ਗਿਆ, ਅਤੇ ਤੁਹਾਨੂੰ ਚਿੱਟਾ ਹਾਥੀ ਲੱਗਿਆ। ਕਿਤੇ ਨਾ ਕਿਤੇ ਤੁਹਾਡੀ ਆਪਣੀ ਸੋਚ ਇਹਨਾਂ ਚੀਜ਼ਾਂ ਪ੍ਰਤੀ ਜਿਹੜੀ ਹੈ ਉਹ ਨਕਾਰਾਤਮਕ ਹੈ। ਸੋਚ ਪੋਜ਼ੀਟਿਵ ਗੌਰਮੈਂਟ ਦੀ ਹੋਣੀ ਚਾਹੀਦੀ ਹੈ। ਸਮੱਸਿਆਵਾਂ ਕਦੇ ਨਹੀਂ ਖਤਮ ਹੋਣਗੀਆਂ ਸਮਾਜ ਦੇ ਉੱਤੇ, ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੈਰੀਟੇਜ ਦੇ ਉੱਤੇ ਆ ਕੇ ਸਾਰਾ ਬੋਝ ਪਾ ਦਿਓ, ਆਪਣੀ ਹਿਸਟਰੀ ਦੇ ਨਾਲ ਤੁਸੀਂ ਕੰਪਰੋਮਾਈਜ਼ ਕਰ ਦਿਓ। ਜੇ ਸਮੱਸਿਆਵਾਂ ਨੇ ਬਾਕੀ ਵੀ ਜਿਸ ਤਰ੍ਹਾਂ ਨਜਿੱਠੀਆਂ ਜਾਣਗੀਆਂ, ਉੱਥੇ ਨਾਲ ਇਹ ਵੀ ਰੱਖੋ ਕਿ ਇਹ ਵੀ ਸਾਡੀ ਪ੍ਰਾਇਓਰਟੀ ਹੈ, ਇਹਨੂੰ ਮੇਨਟੇਨ ਕਰਨਾ। ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਦੇ ਸੰਬੰਧ ਵਿੱਚ ਕੀ ਰੁਖ ਅਖਤਿਆਰ ਕਰੇਗਾ ਜਾਂ ਕੀ ਕਰੇਗਾ ਹੁਣ ਅੱਗੇ? ਕੋਈ ਤੁਹਾਡੀ ਯੋਜਨਾ ਹੈ? ਅਸੀਂ ਦੇਖੋ, ਇਹਦਾ ਸਾਰਿਆਂ ਨੇ, ਲੋਕਾਂ ਨੇ ਇਹਦੇ ਨਾਲ ਇੱਕ ਮਨ ਨੂੰ ਸੱਟ ਵੱਜੀ ਹੈ, ਕਿਉਂਕਿ ਇਹ ਜਿਹੜੀਆਂ ਯਾਦਗਾਰਾਂ ਬਣੀਆਂ ਹੋਈਆਂ ਉਹਨਾਂ ਸਥਾਨਾਂ ਦੇ ਉੱਤੇ ਹੀ ਨੇ ਜਿੱਥੇ ਇਤਿਹਾਸ ਸਿਰਜਿਆ ਗਿਆ ਸੀ। ਜਿਹੜੀ ਚੱਪੜਚਿੜੀ ਦੀ ਯਾਦਗਾਰ ਹੈ, ਚੱਪੜਚਿੜੀ ਦਾ ਮੈਦਾਨ ਇਤਿਹਾਸ ਦੇ ਵਿੱਚ ਬੱਚੇ ਅੱਜ ਵੀ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਂਦਾ, ਉਸੇ ਥਾਂ ਦੇ ਉੱਤੇ ਹੀ ਉਹ ਜਿਹੜੀ ਹੈ ਉਹ ਬਣਾਈ ਗਈ ਸੀ ਯਾਦਗਾਰ। ਜਿਹੜਾ ਵੱਡੇ ਘੱਲੂਘਾਰਾ ਉਸੇ ਪਿੰਡ ਦੇ ਵਿੱਚ ਹੀ ਬਣਿਆ ਜਿੱਥੇ ਉਹ ਸਾਕਾ ਵਾਪਰਿਆ ਸੀ। ਇੱਦਾਂ ਹੀ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਕੋਲ ਜਿੱਥੇ ਵਾਪਰਿਆ ਸੀ ਉੱਥੇ ਬਣਿਆ। ਸੋ ਇੱਕ ਸੈਂਕਟਿਟੀ ਹੈ ਇਹਨਾਂ ਥਾਵਾਂ ਦੀ। ਪਬਲਿਕ ਨਹੀਂ ਚਾਹੁੰਦੀ ਕਿ ਇਹ ਕਮਰਸ਼ੀਅਲੀ ਇਸ ਤਰ੍ਹਾਂ ਇਹ ਰੈਂਟ ਆਊਟ ਕੀਤੀਆਂ ਜਾਣ ਅਤੇ ਉੱਥੇ ਜਾ ਕੇ ਲੱਗੇ ਕਿ ਕਮਰਸ਼ੀਅਲ ਮਾਹੌਲ ਆ, ਜਾਂ ਕੋਈ ਕੰਪਨੀ ਲੈ ਲਵੇ ਤਾਂ ਆਪਣੀ ਐਡਵਰਟਾਈਜ਼ਮੈਂਟ ਸ਼ੁਰੂ ਕਰ ਲਵੇ, ਜਾਂ ਕੋਈ ਆਪਣਾ ਸਾਧਨ ਵਧਾਉਣ ਵਾਸਤੇ ਕੋਈ ਹੋਰ ਕੰਮ ਕਰੇ। ਇੱਕ ਫ੍ਰੀ ਮਾਈਂਡ ਦੇ ਨਾਲ ਪੀਸਫੁਲੀ ਇਹਨਾਂ ਚੀਜ਼ਾਂ ਦੇ ਵਿੱਚ ਲੋਕ ਜਾਂਦੇ ਆ, ਜਾ ਕੇ ਉੱਥੇ ਬੈਠ ਕੇ ਉਸ ਮਾਹੌਲ ਦੇ ਵਿੱਚੋਂ ਬੰਦਾ ਉਹਨਾਂ ਸ਼ਹੀਦਾਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਦਾ। ਸੋ ਇੱਕ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕਰਨਾ ਚਾਹੀਦਾ ਹੈ, ਗੌਰਮੈਂਟ ਦੀ ਡਿਊਟੀ ਹੈ। ਇਹ ਨਹੀਂ ਕਿ ਉੱਥੇ ਜਾ ਕੇ ਲੱਗੇ ਕਿ ਇਹ ਵੀ ਇੱਕ ਬਾਕੀ ਕਮਰਸ਼ੀਅਲ ਮਾਲ ਦੀ ਤਰ੍ਹਾਂ, ਦੂਜਿਆਂ ਦੀ ਤਰ੍ਹਾਂ। ਇਹਨਾਂ ਦਾ ਫਰਕ ਰਹਿਣਾ ਚਾਹੀਦਾ। ਜੇ ਹਰ ਚੀਜ਼ ਨੂੰ ਕਮਰਸ਼ੀਅਲਾਈਜ਼ ਕਰੀ ਜਾਓਗੇ ਤਾਂ ਉੱਥੇ ਕੋਈ ਲਿਮਟ ਹੀ ਨਹੀਂ ਹੈ। ਇਹ ਹੁਣ ਸਰਕਟ ਹਾਊਸਾਂ ਨੂੰ ਅਤੇ ਮੋਨੂਮੈਂਟਸ ਨੂੰ ਇਕੱਠਾ ਜੋੜਦਾ। ਸਰਕਟ ਹਾਊਸ ਇੱਕ ਅਲੱਗ ਚੀਜ਼ ਹੈ, ਉਹ ਤੁਹਾਡੀ ਆਪਣੀ ਇੱਕ ਫੈਸਿਲਿਟੀ ਹੈ ਤੁਹਾਡੇ ਅਫਸਰਾਂ ਦੀ। ਦੂਜੀ ਜਿਹੜੀ ਹੈਗੀ ਆ ਮੋਨੂਮੈਂਟਸ ਜਿਹੜੇ ਆ ਉਹਨਾਂ ਦੀ ਇੱਕ ਆਪਣੀ ਵੱਖਰੀ ਪਹਿਚਾਣ ਹੈ। ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਕਮਰਸ਼ੀਅਲਾਈਜ਼ ਕਰ ਲਏ ਜਾਣਗੇ ਜਦੋਂ ਕਿ ਸਰਕਾਰ ਉੱਥੇ ਕੋਈ ਵੀ ਟਿਕਟ ਲਾਉਣ ਤੋਂ ਇਨਕਾਰੀ ਹੈ? ਜਾਂ ਕੀ ਤੁਹਾਨੂੰ ਲੱਗਦਾ ਕਿ ਉੱਥੋਂ ਦੀ ਮਰਿਆਦਾ 'ਤੇ ਕੋਈ ਅਸਰ ਪਏਗਾ? ਉਹ ਮੂਲ ਭਾਵਨਾ ਬਹਾਲ ਨਹੀਂ ਰਹੇਗੀ ਉਹਨਾਂ ਸਥਾਨਾਂ ਦੀ? ਟਿਕਟ ਦੇਖੋ, ਤੁਸੀਂ ਟਿਕਟ ਨਹੀਂ ਲਾਓਗੇ, ਬਾਹਰ ਪਾਰਕਿੰਗ ਚਾਰਜ 4 ਗੁਣਾ ਲਾ ਲਓਗੇ ਤਾਂ ਟਿਕਟ ਹੀ ਹੋਊਗੀ। ਪਰਿਵਾਰ ਜਾਂਦਾ ਅੰਦਰ, ਜਿਹੜਾ ਉੱਥੇ ਰੈਸਟੋਰੈਂਟ ਬਣਿਆ ਉੱਥੇ ਚੀਜ਼ 10 ਗੁਣਾ ਮਹਿੰਗੀ ਮਿਲਦੀ ਹੈ, ਅਤੇ ਅਗਲੀ ਵਾਰੀ ਜਦੋਂ ਪਰਿਵਾਰ ਨੇ ਜਾਣਾ ਉਹ ਗਰੇਜ਼ ਕਰਦਾ, ਕਿਉਂਕਿ ਬੱਚੇ ਨਾਲ ਜਾਣਗੇ, ਕੁਛ ਨਾ ਕੁਛ ਖਰੀਦਦਾਰੀ ਕਰਨੀ ਪੈਂਦੀ ਹੈ ਪਰਿਵਾਰ ਨੂੰ। ਅਤੇ ਜੇ ਉੱਥੇ ਇਹੋ ਜਿਹਾ ਕਮਰਸ਼ੀਅਲ ਮਾਹੌਲ ਕ੍ਰੀਏਟ ਕਰਦੇ ਹੋਵੇ ਤਾਂ ਅਗਲੀ ਵਾਰੀ ਰਿਸ਼ਤੇਦਾਰਾਂ ਨੂੰ, ਪਰਿਵਾਰਾਂ ਨੂੰ ਲੈ ਕੇ ਜਾਣ ਤੋਂ ਬੰਦਾ ਗਰੇਜ਼ ਕਰਦਾ। ਇਸ ਕਰਕੇ ਕਿਉਂ ਨਾ ਇਹ ਚੀਜ਼ਾਂ ਰਾਦਰ ਤੁਸੀਂ ਸਬਸਿਡਾਈਜ਼ ਕਰੋ, ਕਿ ਬੰਦਾ ਕਿਤੇ ਹੋਰ ਜਾਣ ਦੀ ਬਜਾਏ, ਸਿਨੇਮੇ ਜਾਣ ਦੀ ਬਜਾਏ, ਕਿਤੇ ਹੋਰ ਜਾਣ ਦੀ ਬਜਾਏ, ਕਿ ਬੰਦਾ ਇਹ ਪ੍ਰੈਫਰ ਕਰੇ ਕਿ ਜੇ ਕੋਈ ਰਿਸ਼ਤੇਦਾਰ ਆਏ ਆ, ਬੱਚੇ ਆਏ ਆ, ਮਿਲਣ ਵਾਸਤੇ ਆਏ ਆ, ਤਾਂ ਉਹਨਾਂ ਨੂੰ ਮੈਂ ਯਾਦਗਾਰ ਦਿਖਾ ਕੇ ਲਿਆਵਾਂ। ਪ੍ਰਮੋਟ ਕਰੋ ਇਹਨਾਂ ਚੀਜ਼ਾਂ ਨੂੰ।
ਇਹਨਾਂ ਧਾਰਮਿਕ ਵਿਰਾਸਤੀ ਅਸਥਾਨਾਂ ਦੀ ਸਾਂਭ ਸੰਭਾਲ ਤੋਂ ਪੰਜਾਬ ਸਰਕਾਰ ਦੇ ਭੱਜਣ ਸੰਬੰਧੀ ਜਦੋਂ ਟੂਰਿਜ਼ਮ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਹਨਾਂ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਹਨਾਂ ਨੇ ਫੋਨ ਕਾਲ ਨਹੀਂ ਲਈ। ਕਾਫੀ ਦੇਰ ਬਾਅਦ ਦੁਪਹਿਰ ਮਗਰੋਂ ਜਦੋਂ ਉਹਨਾਂ ਨਾਲ ਫੋਨ ਤੇ ਗੱਲ ਹੋਈ ਤਾਂ ਉਹਨਾਂ ਨੇ ਸਾਰੀ ਗੱਲ ਜਾਣਨ ਤੋਂ ਬਾਅਦ ਆਖਿਆ ਕਿ ਉਹ ਰੇਂਜ ਵਿੱਚ ਨਹੀਂ ਹਨ ਤੇ ਇਸ ਵੇਲੇ ਉਹ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।